हर तीजरी नाम मन चाओ भया बैरागिया बलराम जीओ। दूसरी नाम ਦੇ ਵਿੱਚ ਆਖਿਰ ਤੇ ਗੁਰੂ ਸਾਹਿਬ ਨੇ ਇਹ ਕਿਹਾ, ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਵਜਾਇਆ। ਅਨਹਦ ਸ਼ਬਦ ਇਹ ਮੰਜ਼ਿਲ ਨਹੀਂ ਹੈ। ਅਨਹਦ ਸ਼ਬਦ ਅਧਿਆਤਮਕ ਦੀ ਯਾਤਰਾ ਦਾ ਆਖਰੀ ਪੜਾਅ ਹੈ। ਅਨਹਦ ਸ਼ਬਦ ਦੇ ਵਿੱਚ ਲੀਨ ਹੋ ਕੇ, ਉਸ ਧੁਨ 'ਤੇ ਸਵਾਰ ਹੋ ਕੇ, ਜਾਂ ਇਸ ਤਰ੍ਹਾਂ ਵੀ ਕਹੀਏ ਤਾਂ ਸਾਧਕ ਉਸ ਪਰਮਾਤਮਾ ਦੇ ਦਰਵਾਜ਼ੇ ਤੱਕ ਪਹੁੰਚਦਾ ਹੈ। ਜਦ ਤੱਕ ਦਰਵਾਜ਼ਾ ਨਹੀਂ ਖੁੱਲ੍ਹਦਾ, ਅਸੀਂ ਪਰਮਾਤਮਾ ਦੇ, ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਵੀ ਵਿਹੜੇ ਦੇ ਵਿੱਚ ਨਹੀਂ ਵੜਦੇ। ਇੱਥੇ ਮੈਂ ਇੱਕ ਮਿਸਾਲ ਦੇ ਰਿਹਾ ਹਾਂ ਕਿ ਸੁਬਾਹ ਬੱਚੇ ਨੇ ਸਕੂਲ ਜਾਣਾ ਹੁੰਦਾ ਹੈ ਤਾਂ ਮਾਤਾ ਉਸ ਨੂੰ ਤਿਆਰ ਕਰਕੇ, ਉਹਦੀ ਸਕੂਲ ਡਰੈਸ ਪਾ ਕੇ, ਉਹਨੂੰ ਅੱਧੀ ਛੁੱਟੀ ਵੇਲੇ ਭੋਜਨ ਕਰਨ ਵਾਸਤੇ ਟਿਫਨ ਤਿਆਰ ਕਰਕੇ ਦਿੰਦੀ ਹੈ, ਬਸਤਾ ਤਿਆਰ ਕਰਕੇ ਦਿੰਦੀ ਹੈ। ਉਹ ਬੱਚਾ ਸਕੂਲ ਜਾਂਦਾ ਹੈ। ਜਿਸ ਵਕਤ ਸਕੂਲ ਤੋਂ ਛੁੱਟੀ ਹੁੰਦੀ ਹੈ ਤਾਂ ਉਸ ਬੱਚੇ ਦੇ ਅੰਦਰ ਇੱਕ ਚਾਅ ਹੁੰਦਾ ਕਿ ਮੈਂ ਹੁਣ ਘਰ ਜਾਣਾ। ਜਦੋਂ ਉਹ ਘਰ ਦੇ ਦਰਵਾਜ਼ੇ 'ਤੇ ਪਹੁੰਚਦਾ ਹੈ ਅਤੇ ਦਰਵਾਜ਼ਾ ਅੰਦਰੋਂ ਬੰਦ ਹੁੰਦਾ, ਕਈ ਵਾਰੀ ਕੀ ਹੁੰਦਾ ਹੈ ਕਿ ਬੱਚੇ ਦੀ ਮੰਮੀ ਜਾਂ ਇਸ਼ਨਾਨ ਕਰ ਰਹੀ ਹੈ ਜਾਂ ਕੱਪੜੇ ਧੋ ਕੇ ਛੱਤ 'ਤੇ ਸੁੱਕਣੇ ਪਾਉਣ ਵਾਸਤੇ ਗਈ ਹੋਈ ਹੈ। ਬੱਚਾ ਦਰਵਾਜ਼ੇ ਨੂੰ ਹੱਥ ਲਾਉਂਦਾ, ਦਰਵਾਜ਼ਾ ਬੰਦ ਹੁੰਦਾ। ਬੱਚਾ ਦਰਵਾਜ਼ਾ ਖੜਕਾਉਂਦਾ, ਕਈ ਵਾਰੀ ਆਵਾਜ਼ ਨਹੀਂ ਸੁਣਦੀ ਤਾਂ ਬੱਚੇ ਦੇ ਮਨ ਦੇ ਵਿੱਚ ਇੱਕ ਵਿਰਾਗ ਪੈਦਾ ਹੁੰਦਾ, ਇੱਕ ਤੜਫਣੀ ਪੈਦਾ ਹੁੰਦੀ ਹੈ, ਇੱਕ ਬਿਰਹਾ ਪੈਦਾ ਹੁੰਦੀ ਹੈ। ਉਹ ਰੋਂਦਾ ਹੈ। ਬੱਚੇ ਦੇ ਰੋਣੇ ਨੂੰ ਸੁਣ ਕੇ ਉਸ ਘਰ ਦੀ ਪੜੋਸਣ ਆਉਂਦੀ ਹੈ ਤਾਂ ਉਹ ਬੱਚੇ ਨੂੰ ਕਹਿੰਦੀ ਹੈ ਵੀ ਬੇਟਾ, ਤੇਰੀ ਮੰਮੀ ਉੱਪਰ ਕੱਪੜੇ ਸੁੱਕਣੇ ਪਾਉਣ ਗਈ ਹੈ, ਮੈਂ ਉਸ ਨੂੰ ਆਵਾਜ਼ ਦਿੰਦੀ ਹਾਂ, ਤੂੰ ਰੁਕ। ਉਹ ਆਵਾਜ਼ ਦੇ ਕੇ ਉਸ ਬੱਚੇ ਦੀ ਮਾਤਾ ਨੂੰ ਬੁਲਾਉਂਦੀ ਹੈ ਤਾਂ ਉਹ ਆ ਕੇ ਦਰਵਾਜ਼ਾ ਖੋਲ੍ਹਦੀ ਹੈ ਔਰ ਉਸ ਰੋਂਦੇ ਬੱਚੇ ਦੀਆਂ ਅੱਖਾਂ ਪੂੰਝਦੀ ਹੈ, ਪਿਆਰ ਨਾਲ ਉਹਨੂੰ ਆਪਦੇ ਸੀਨੇ ਨਾਲ ਲਾਉਂਦੀ ਹੈ, ਵਰਚਾ ਕੇ ਉਹਨੂੰ ਘਰ ਦੇ ਅੰਦਰ ਲੈ ਕੇ ਜਾਂਦੀ ਹੈ। ਦੇਖੋ, ਪਰਮਾਤਮਾ ਨੇ ਸਾਨੂੰ ਇਸ ਆਤਮਾ ਦੇ ਵਾਸਤੇ ਇਹ ਸਰੀਰ ਦਿੱਤਾ ਹੈ। ਸਰੀਰ ਦੇ ਨਾਲ ਸਾਡੇ ਵਾਸਤੇ ਭੋਜਨ ਦਾ ਪ੍ਰਬੰਧ ਕੀਤਾ ਹੈ। ਜੋ ਉਸ ਮਾਤਾ ਦਾ ਟਿਫਨ ਹੈ, ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਜਿੰਨੇ ਵੀ ਜੀਵ ਹਨ, ਸਭ ਨੂੰ ਭੋਜਨ ਦਾ ਪ੍ਰਬੰਧ ਉਸ ਪਰਮਾਤਮਾ ਨੇ ਕੀਤਾ ਹੈ। ਜੋ ਬਸਤਾ ਹੈ ਉਹ ਧਰਮ ਗ੍ਰੰਥ ਹਨ। ਸਾਡੇ ਆਦਿ ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਵੀ ਸੰਤ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਨੇ ਵੀ ਉਸ ਪਰਮਾਤਮਾ ਦੇ ਨਾਲ ਮੇਲ ਕੀਤਾ ਹੈ, ਜਿਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਆਤਮ ਸਾਖਸ਼ਾਤਕਾਰ ਕੀਤਾ, ਉਹਨਾਂ ਸੰਤਾਂ ਦੀ ਉਸ ਪਰਮਾਤਮਾ ਤੱਕ ਸਿੱਧੀ ਪਹੁੰਚ ਹੈ। ਉਹ ਕਿਸੇ ਵੇਲੇ ਵੀ ਉਸ ਦੇ ਨਾਲ ਮਿਲ ਕੇ ਗੱਲਾਂ ਬਾਤਾਂ ਕਰ ਸਕਦੇ ਹਨ। ਉਹ ਜੋ ਮਹਾਤਮਾ ਹਨ, ਉਹਨਾਂ ਨੂੰ ਤੁਸੀਂ ਇੱਥੇ ਪੜੋਸਣ ਸਮਝੋ। ਉਹ ਰੋਂਦਾ ਬਿਰਖਦਾ ਵੇਖ ਕੇ ਅਤੇ ਪਰਮਾਤਮਾ ਤੱਕ ਇਹ ਸੰਦੇਸ਼ਾ ਪਹੁੰਚਾਉਂਦੇ ਨੇ। ਉਸ ਮਹਾਤਮਾ ਨੂੰ ਅਸੀਂ ਗੁਰੂ ਦਾ ਦਰਜਾ ਦਿੰਦੇ ਹਾਂ। ਗੁਰੂ ਦੀ ਪਹੁੰਚ ਪਰਮਾਤਮਾ ਤੱਕ ਹੁੰਦੀ ਹੈ। ਗੁਰੂ ਪਰਮਾਤਮਾ ਤੱਕ ਜਾ ਕੇ ਇਹ ਸੰਦੇਸ਼ ਪਹੁੰਚਾਉਂਦਾ ਹੈ, ਮਿੰਨਤ ਕਰਦਾ ਹੈ, ਬੇਨਤੀ ਕਰਦਾ ਹੈ
ਕਿ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਪਰਮਾਤਮਾ ਜੀਓ, ਇੱਕ ਜੀਵ ਮਿਹਨਤ ਕਰਕੇ ਤੁਹਾਡੇ ਦਰਵਾਜ਼ੇ ਤੱਕ ਪਹੁੰਚਿਆ ਅਤੇ ਦਰਵਾਜ਼ਾ ਖੋਲ੍ਹੋ, ਉਹਨੂੰ ਦਰਸ਼ਨ ਦਿਓ। ਆਉਂਦੀ ਹੈ ਨਾ ਤੁਹਾਨੂੰ, ਦਰਸ਼ਨ ਦੀਜੇ ਖੋਲ੍ਹ ਕੇ ਵਾੜ, ਵੀ ਬੂਹਾ ਖੋਲ੍ਹੋ ਅਤੇ ਮੈਨੂੰ ਦਰਸ਼ਨ ਦਿਓ। ਇਹ ਇਸ ਕਰਕੇ ਮੈਂ ਕਿਹਾ ਕਿ ਨਾਦ ਦੇ ਵਿੱਚ ਸਵਾਰ ਹੋਣਾ, ਨਾਦ ਦੇ ਵਿੱਚ ਲੀਨ ਹੋਣਾ, ਇਹ ਇਸ ਸਾਧਕ ਦਾ ਜੋ ਹੈ ਨਾ ਉਹ ਪਰਮ ਕਰਤੱਵ ਹੈ। ਇੱਥੇ ਚਾਉ ਦਾ ਸ਼ਬਦ ਆਇਆ। ਇੱਕ ਖੁਸ਼ੀ ਹੁੰਦੀ ਹੈ ਕਿ ਮੈਨੂੰ ਹੁਣ ਪਰਮਾਤਮਾ ਦੇ ਦਰਸ਼ਨ ਹੋਣਗੇ, ਮੈਂ ਉਸ ਪਰਮਾਤਮਾ ਦੇ ਦਰਵਾਜ਼ੇ ਤੱਕ ਪਹੁੰਚ ਗਿਆ। ਇੱਥੇ ਮੈਂ ਇੱਕ ਹੋਰ ਮਨ ਨੂੰ ਪੱਕਾ ਕਰਨ ਵਾਸਤੇ ਆਪ ਜੀ ਦੇ ਨਾਲ ਕਹਾਣੀ ਸਾਂਝੀ ਕਰੂੰਗਾ। ਕਹਾਣੀ ਕਹਿੰਦੇ ਹਨ ਕਿ ਜੰਗਲ ਦੇ ਵਿੱਚ ਦੋ ਮਹਾਤਮਾ ਤਪੱਸਿਆ ਕਰ ਰਹੇ ਸੀ, ਅਲੱਗ ਅਲੱਗ ਦਰੱਖਤਾਂ ਦੇ ਥੱਲੇ ਬੈਠੇ। ਨਾਰਦ ਜੀ ਉੱਥੋਂ ਲੰਘੇ ਅਤੇ ਇੱਕ ਨੇ ਪੁੱਛਿਆ ਕਿ ਨਾਰਦ ਜੀ, ਤੁਸੀਂ ਤਾਂ ਨਾਰਾਇਣ ਕੋਲ ਆਉਂਦੇ ਜਾਂਦੇ ਰਹਿੰਦੇ ਹੋ, ਅਤੇ ਮੈਨੂੰ ਪੁੱਛ ਕੇ ਦੱਸਿਓ ਕਿ ਮੈਨੂੰ ਨਾਰਾਇਣ ਦੇ ਦਰਸ਼ਨ ਕਦੋਂ ਹੋਣਗੇ। ਕਹਿੰਦਾ ਜੀ 7 ਵਚਨ ਮੈਂ ਪੁੱਛ ਕੇ ਦੱਸ ਦੂੰਗਾ। ਦੂਸਰੇ ਦੇ ਕੋਲ ਦੀ ਟੱਪੇ, ਉਹ ਕਹਿੰਦੇ ਮਹਾਰਾਜ ਮੇਰਾ ਵੀ ਪਤਾ ਕਰੀ ਆਇਓ, ਮੈਨੂੰ ਕਦ ਦਰਸ਼ਨ ਹੋਣਗੇ। ਨਾਰਾਇਣ ਦੇ ਕੋਲ ਜਾ ਕੇ ਨਾਰਦ ਜੀ ਨੇ ਗੱਲ ਕੀਤੀ। ਉਹ ਕਹਿੰਦੇ ਵੀ ਜਿਹੜਾ ਤਾਂ ਪਹਿਲਾਂ ਵਾਲਾ ਸੀ ਨਾ, ਉਹਨੂੰ ਕਹੀਂ ਵੀ ਤੈਨੂੰ 7 ਜਨਮਾਂ ਬਾਅਦ ਮੈਂ ਦਰਸ਼ਨ ਦੇਊਂਗਾ। ਜਦੋਂ ਨਾਰਦ ਜੀ ਦੁਬਾਰਾ ਉਸ ਰਸਤੇ ਆਏ, ਇਹ ਗੱਲ ਉਹਨਾਂ ਨੂੰ ਕਹੀ ਵੀ ਇਹ ਸੰਦੇਸ਼ਾ ਮੇਰਾ ਦੇ ਦੇਣਾ ਨਾਰਦ ਜੀ। ਨਾਰਦ ਜੀ ਨੇ ਜਦੋਂ ਪਹਿਲੇ ਵਾਲੇ ਨੂੰ ਕਿਹਾ, ਇਹ ਭਾਈ ਨਾਰਾਇਣ ਨੇ ਕਿਹਾ ਕਿ ਤੈਨੂੰ ਮੈਂ 7 ਜਨਮਾਂ ਬਾਅਦ ਦਰਸ਼ਨ ਦੇਊਂਗਾ, ਤਾਂ ਉਹਨੇ ਚਿਮਟਾ ਚੱਕਿਆ ਅਤੇ ਨਾਰਦ ਦੇ ਮਗਰ ਭੱਜ ਪਿਆ ਵੀ ਐਸੀ ਤੈਸੀ, ਮੈਂ ਇੰਨੇ ਜਨਮ ਇੱਥੇ ਹੀ ਬੈਠਾ ਰਹੂੰਗਾ। ਨਾਰਦ ਜੀ ਭੱਜ ਤੁਰੇ ਉੱਥੋਂ, ਅਤੇ ਦੂਸਰੇ ਨੇ ਆਵਾਜ਼ ਮਾਰ ਕੇ ਕਿਹਾ ਕਿ ਮਹਾਰਾਜ ਮੇਰਾ ਵੀ ਸੰਦੇਸ਼ਾ ਸੀ, ਮੈਨੂੰ ਵੀ ਜਵਾਬ ਦੇ ਦਿਓ। ਤਾਂ ਨਾਰਦ ਜੀ ਨੇ ਦੂਰੋਂ ਕਿਹਾ ਵੀ ਉਹਨਾਂ ਨੇ ਕਿਹਾ ਹੈ ਕਿ ਜਿੰਨੇ ਇਸ ਦਰੱਖਤ ਦੇ ਪੱਤੇ ਹੈ ਨਾ, ਉਹਨੇ ਜਨਮਾਂ ਬਾਅਦ ਤੈਨੂੰ ਦਰਸ਼ਨ ਦੇਵਾਂਗੇ। ਉਹ ਬੰਦਾ ਉੱਠ ਕੇ ਖੜ੍ਹਾ ਹੋ ਗਿਆ ਔਰ ਖੁਸ਼ੀ ਦੇ ਵਿੱਚ ਨੱਚਣ ਲੱਗ ਪਿਆ। ਇੰਨਾ ਮਸਤ ਹੋਇਆ, ਇੰਨਾ ਮਸਤ ਹੋਇਆ, ਇੰਨਾ ਉਹ ਵਿਰਾਗਵਾਨ ਹੋਇਆ, ਇੰਨਾ ਉਹ ਚਾਅ ਦੇ ਵਿੱਚ ਆਇਆ ਕਿ ਮੈਨੂੰ ਉਸ ਮਾਲਕ, ਉਸ ਪਰਮਾਤਮਾ, ਉਸ ਨਾਰਾਇਣ ਦੇ ਦਰਸ਼ਨ ਹੋਣਗੇ। ਮਸਤ ਹੋਇਆ, ਨੱਚਦਾ 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 ਆਪਣਾ ਆਪ ਸਾਰਾ ਕੁਝ ਖੋ ਬੈਠਾ। ਤਾਂ ਨਾਰਾਇਣ ਜੀ ਉੱਥੇ ਆ ਕੇ ਪ੍ਰਗਟ ਹੋ ਗਏ। ਤਾਂ ਨਾਰਦ ਜੀ ਪੁੱਛਦੇ ਆ ਮਹਾਰਾਜ ਵੀ ਉਹਨੂੰ ਤਾਂ ਕਿਹਾ ਸੀ 7 ਜਨਮ, ਉਹ ਇੰਨਾ ਕ੍ਰੋਧੀ ਹੋਇਆ। ਇਹਨੂੰ ਕਿਹਾ ਸੀ ਜਿੰਨੇ ਪੱਤੇ ਆ ਉਨੇ ਜਨਮਾਂ ਬਾਅਦ ਦਰਸ਼ਨ ਦੇਵਾਂਗੇ, ਅਤੇ ਤੁਸੀਂ ਤਾਂ ਹੁਣੇ ਆ ਗਏ। ਉਹ ਕਹਿੰਦੇ ਨਾਰਦ, ਇਹਦੇ ਅੰਦਰ ਇੱਕ ਚਾਅ ਪੈਦਾ ਹੋ ਗਿਆ, ਇੱਕ ਭਰੋਸਾ ਪੈਦਾ ਹੋ ਗਿਆ, ਇੱਕ ਖੁਸ਼ੀ ਪੈਦਾ ਹੋ ਗਈ ਕਿ ਮੈਨੂੰ ਦਰਸ਼ਨ ਹੋਣਗੇ। ਉਸ ਚਾਅ ਦੇ ਵਿੱਚ ਇਹ ਆਪਣਾ ਆਪ ਬਿਲਕੁਲ ਸਾਰਾ ਕੁਝ ਭੁੱਲ ਗਿਆ। ਸਿਰਫ ਇਹਦੇ ਅੰਦਰ ਇੱਕੋ ਹੀ ਗੱਲ ਰਹੀ ਕਿ ਹੁਣ ਮੈਂ ਹੈ ਨਹੀਂ, ਮੈਂ ਨਹੀਂ ਹਾਂ, ਹੁਣ ਤੂੰ ਹੀ ਤੂੰ ਹੈ। ਕਹਿੰਦੇ ਆ ਨਾ ਵੀ ਜਿੰਨਾ ਚਿਰ ਮੈਂ ਹਾਂ ਓਨਾ ਚਿਰ ਰੱਬ ਨਹੀਂ, ਅਤੇ ਜਿੰਨਾ ਰੱਬ ਹੈ ਓਨਾ ਚਿਰ ਇਹ ਬੰਦਾ ਨਹੀਂ। ਵੀ ਜਬ ਹਮ ਹੋਤੇ ਤਬ ਤੁਮ ਨਾਹੀਂ, ਅਬ ਤੁਮ ਹੋ ਹਮ ਨਾਹੀਂ। ਇੱਕ ਕਬੀਰ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਜਿਸ ਵਕਤ ਇਹ ਆਤਮਾ ਔਰ ਪਰਮਾਤਮਾ ਨੇੜੇ ਪਹੁੰਚਦੇ ਹਨ, ਤਾਂ ਉੱਥੇ ਜੋ ਸਾਡੇ ਗੁਰੂ ਮਹਾਰਾਜ ਹਨ, ਜੋ ਸੰਤ ਹਨ, ਉਹ ਸਾਨੂੰ ਉਸ ਬਾਣੀ ਦੇ ਨਾਲ ਆਪਣੇ ਆਪ ਨੂੰ ਸਵਾਰਨ ਦੀ ਜੋ ਵਿਧੀ ਦੱਸਦੇ ਹਨ। ਤਾਂ ਉਹ ਜੋ ਸਾਡੇ ਅੰਦਰ ਚਾਅ ਪੈਦਾ ਹੁੰਦਾ, ਉਹ ਜੋ ਵਿਰਾਗ ਪੈਦਾ ਹੁੰਦਾ, ਉਹ ਜੋ ਬਿਰਹਾ ਪੈਦਾ ਹੁੰਦਾ, ਉਹ ਜੋ ਮਿਲਣ ਦੀ ਤੜਫ ਪੈਦਾ ਹੁੰਦੀ ਹੈ, ਉਹ ਸਾਨੂੰ ਸਾਰੇ ਸੰਸਾਰ ਤੋਂ ਇੱਕਦਮ ਜੋ ਹੈ ਨਾ ਉਹ ਤੋੜ ਦਿੰਦੀ ਹੈ, ਕੱਟ ਦਿੰਦੀ ਹੈ। ਰਾਗ ਦਾ ਮਤਲਬ ਹੁੰਦਾ ਹੈ ਜੁੜਨਾ, ਔਰ ਵੈਰਾਗ ਦਾ ਮਤਲਬ ਹੁੰਦਾ ਹੈ ਟੁੱਟਣਾ, ਅਲੱਗ ਹੋਣਾ। ਸੰਸਾਰ ਤੋਂ ਅਲੱਗ ਹੋ ਗਿਆ, ਔਰ ਫਿਰ ਰਿਹਾ ਕੀ? ਆਪਣਾ ਆਪ ਜੁੜਿਆ ਕਿਹਦੇ ਨਾਲ? ਉਸ ਪਰਮਾਤਮਾ ਦੇ ਨਾਲ। ਸੋ ਇਹ ਜੋ ਇੰਨੇ ਦਿਨਾਂ ਦਾ ਮੈਂ ਅਨਹਦ ਨਾਦ ਬਾਰੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰ ਰਿਹਾ ਹਾਂ, ਉਹਨਾਂ ਦੇ ਵਿੱਚ ਪ੍ਰਮੁੱਖ ਤੌਰ 'ਤੇ ਭਾਵ ਇਹੀ ਹੈ ਕਿ ਨਾਦ ਦੇ ਵਿੱਚ ਲੀਨ ਹੋਣਾ ਇਹ ਸਾਧਕ ਦਾ ਪਰਮ ਕਰਮ ਹੈ, ਇਹ ਸਾਧਕ ਦਾ ਪਰਮ ਧਰਮ ਹੈ। ਨਾਦ ਦੇ ਵਿੱਚ ਲੀਨ ਹੋਵਾਂਗੇ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਇੱਕ ਵਾਰੀ ਜ਼ਿਕਰ ਕਰ ਚੁੱਕਾ ਹਾਂ ਕਿ ਅਸੀਂ ਜੇ ਤਾਂ ਸੁਣਦੇ ਹਾਂ
ਤੇ ਅਸੀਂ ਮੂੰਹ ਬੰਦ ਕਰਨਾ ਹੁੰਦਾ ਹੈ, ਅਤੇ ਜੇ ਅਸੀਂ ਬੋਲਦੇ ਹਾਂ ਤਾਂ ਅਸੀਂ ਸੁਣ ਨਹੀਂ ਸਕਦੇ। ਜਦੋਂ ਅਵਸਥਾ ਇਹ ਬਣ ਗਈ ਕਿ ਅਸੀਂ ਉਸ ਨਾਦ ਨੂੰ ਸੁਣ ਰਹੇ ਹਾਂ, ਉਸ ਧੁਨ ਨੂੰ ਸੁਣ ਰਹੇ ਹਾਂ, ਜਿਹੜੀ ਕਿ ਉਸ ਤੋਂ ਪ੍ਰਕਾਸ਼ ਪੁੰਜ ਪਰਮ ਈਸ਼ਵਰ ਪਰਮ ਆਤਮਾ ਤੋਂ ਇਸ ਆਤਮਾ ਦੇ ਨਾਲ ਮੇਲ ਕਰਨ ਵਾਸਤੇ ਆ ਰਹੀ ਹੈ, ਔਰ ਉਹ ਸਾਨੂੰ ਹਰਦਮ ਉਹ ਚੇਤਾ ਕਰਦੀ ਰਹਿੰਦੀ ਹੈ ਕਿ ਭਾਈ ਤੇਰਾ ਘਰ ਇਹ ਨਹੀਂ ਹੈ, ਇਹ ਘਰ ਤੇਰਾ ਜੋ ਹੈ ਇਹ ਤੇਰਾ ਘਰ ਨਹੀਂ, ਇਹ ਤੇਰਾ ਘਰ ਪ੍ਰਦੇਸ਼ ਹੈ, ਤੂੰ ਆਪਣੇ ਘਰ ਜਾਣਾ ਹੈ। ਸੋ ਇਸ ਤਰ੍ਹਾਂ ਇੱਕ ਦਿਨ ਉਹ ਵੈਰਾਗ, ਉਹ ਤੜਫ, ਉਹ ਬੇਚੈਨੀ ਇਸ ਸਾਧਕ ਨੂੰ ਉਸ ਪਰਮ ਤੱਤ ਪਰਮ ਈਸ਼ਵਰ ਦੇ ਪਰਮ ਦਿਆਲੂ, ਪਰਮ ਕਿਰਪਾਲੂ, ਪਰਮ ਸਨੇਹੀ ਦੇ ਸਾਹਮਣੇ ਲਿਜਾ ਕੇ ਖੜਾ ਕਰ ਦਿੰਦੀ ਹੈ। ਦਾਤਾ ਭਲਾ ਕਰੇ। ਇਹ ਪ੍ਰਸੰਗ ਇਸ ਤਰ੍ਹਾਂ ਅਜੇ ਅੱਗੇ ਚੱਲਦਾ ਰਹੇਗਾ। ਤੀਸਰੀ ਨਾਮ 'ਤੇ ਆਪਾਂ ਪਹੁੰਚੇ ਹਾਂ। ਤੀਸਰੀ ਨਾਮ ਦੇ ਵਿਚਾਰ ਜੋ ਹਨ ਉਹ ਆਪਾਂ ਨੂੰ ਹੋਰ ਵੀ ਉਸ ਪਰਮਾਤਮਾ ਦੇ ਨਜ਼ਦੀਕ ਲੈ ਕੇ ਜਾਣਗੇ।